when you are comparing the Holocaust Museum with this memorial, so there is hell a lot of difference. ਇਹ ਹੈ ਭਾਵੇਂ ਕਿ ਕਾਂਗਰਸ ਦੀ ਸਰਕਾਰ ਹੋਵੇ ਜਾਂ ਬੀਜੇਪੀ ਦੀ ਸਰਕਾਰ ਹੋਵੇ, ਉਹ ਜਿਹੜੇ ਟਰਾਇਲਸ ਜਿਹੜੇ ਨੇ ਉਹਨਾਂ ਦੇ ਉਹ ਕਿਸ ਤਰ੍ਹਾਂ ਡੀਰੇਲ ਕੀਤੇ ਗਏ, ਐਵੀਡੈਂਸ ਨੂੰ ਕਿਸ ਤਰ੍ਹਾਂ ਡੀਰੇਲ ਕੀਤਾ ਗਿਆ। ਇੱਥੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਵੀ ਤੁਸੀਂ ਦੇਖੋ ਕਿੰਨੇ ਆਫੀਸਰਸ ਨੂੰ ਸੈਂਕਸ਼ਨ ਦਿੱਤੀ ਗਈ ਹੈ ਪ੍ਰੋਸੀਕਿਊਟ ਕਰਨ ਦੀ। ਸਤਲੁਜ ਟੀਵੀ ਦੇਖ ਰਹੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਮੈਂ ਜਸਨੀਤ ਸਿੰਘ ਅੱਜ ਆਇਆ ਹਾਂ ਰਕਾਬਗੰਜ ਗੁਰਦੁਆਰਾ ਦਿੱਲੀ ਸਥਿਤ, ਜਿੱਥੇ ਵਾਲ ਆਫ ਟਰੁੱਥ 1984 ਸਿੱਖ ਕਤਲੇਆਮ ਦਾ ਮੈਮੋਰੀਅਲ ਬਣਿਆ ਹੈ। ਤੇ ਅੱਜ ਅਸੀਂ ਇੱਥੇ ਆਏ ਹਾਂ ਤੇ ਸਾਨੂੰ ਕੁਝ ਸੰਗਤਾਂ ਨਾਲ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ, ਜਿਹੜੇ ਇੱਥੇ ਆਏ ਨੇ ਆਪਣੇ ਬੱਚਿਆਂ ਨੂੰ ਦਿਖਾਉਣ 1984 ਕਤਲੇਆਮ ਦਾ ਮੈਮੋਰੀਅਲ ਲਈ। ਤੇ ਆਓ ਉਹਨਾਂ ਤੋਂ ਪੁੱਛਦੇ ਹਾਂ ਉਹਨਾਂ ਦਾ ਕਿਹੋ ਜਿਹਾ ਤਜਰਬਾ ਰਿਹਾ, ਉਹਨਾਂ ਨੇ ਕੀ ਉਹਨਾਂ ਨੂੰ ਸਿੱਖਣ ਨੂੰ ਮਿਲਿਆ। ਐਕਚੁਅਲੀ ਅਸੀਂ ਬੱਚਿਆਂ ਨੂੰ ਦਿਖਾਉਣ ਲੈ ਕੇ ਆਏ ਹਾਂ ਕਿ 1984 ਦੇ ਦੰਗਿਆਂ ਵਿੱਚ ਕੀ ਕੀ ਹੋਇਆ ਸੀ। ਤੇ ਅਸੀਂ ਇੱਥੇ ਆ ਕੇ ਬੱਚਿਆਂ ਨੂੰ ਦਿਖਾ ਰਹੇ ਹਾਂ, ਲੇਕਿਨ ਹੈ ਕਿ ਅਸੀਂ ਇੰਨੇ ਜ਼ਿਆਦਾ ਸੈਟੀਸਫਾਈਡ ਨਹੀਂ ਹੋਏ ਇੱਥੇ ਆ ਕੇ, ਕਿਉਂਕਿ ਇੰਨਾ ਜ਼ਿਆਦਾ ਬੱਚਿਆਂ ਨੂੰ ਇਹਦੇ ਨਾਲ ਨੌਲੇਜ ਨਹੀਂ ਮਿਲ ਰਹੀ ਹੈ। ਇੱਕ ਤਾਂ ਪਤਾ ਵੀ ਨਹੀਂ ਹੈ, ਬਹੁਤ ਪਿੱਛੇ ਜਾ ਕੇ ਬਣਿਆ ਹੋਇਆ ਹੈ। ਇਹ ਤਾਂ ਸਾਨੂੰ ਪਤਾ ਸੀ ਤਾਂ ਅਸੀਂ ਆ ਗਏ। ਔਰ ਕੁਝ ਜ਼ਿਆਦਾ ਹੀ ਜਿਵੇਂ ਵਿਜ਼ੂਅਲ ਕੁਝ ਹੋਣਾ ਚਾਹੀਦਾ ਹੈ, ਜਾਂ ਫਿਰ ਕੁਝ ਵੀਡੀਓਜ਼ ਵਗੈਰਾ ਔਰ ਕੁਝ ਲਿਖ ਕੇ ਸਟੋਰੀਜ਼ ਵਗੈਰਾ ਹੋਣੀ ਚਾਹੀਦੀਆਂ ਹੈ ਨਾ, ਕਿ ਬਸ ਪਤਾ ਚੱਲੇ। ਇਹਨੇ ਸਿਰਫ ਨਾਮ ਹੈ, ਬੱਚਿਆਂ ਨੂੰ ਇਹ ਨਹੀਂ ਪਤਾ, ਉਹ ਅਸੀਂ ਦੱਸ ਰਹੇ ਹਾਂ ਕਿ ਹਾਂ ਕਿਸ ਚੀਜ਼ ਦੇ ਨਾਮ ਹੈ, ਕਿਉਂ ਲਿਖੇ ਹੋਏ ਹੈ, ਮਤਲਬ ਨਹੀਂ ਪਤਾ ਚੱਲ ਰਿਹਾ ਵੀ ਕੀ ਹੈ। ਇੰਨਾ ਜ਼ਿਆਦਾ ਖਤਮ ਹੋ ਰਿਹਾ ਜੋ ਵੀ ਚੀਜ਼ ਹੈ ਨਾ, ਦੇਖਿਆ ਜਾਏ ਜਿਸ ਤਰ੍ਹਾਂ ਉਸ ਹਿਸਾਬ ਨਾਲ ਮੇਨਟੇਨ ਵੀ ਨਹੀਂ ਹੋ ਰਹੀ, ਤਾਂ ਮੇਨ ਇਹਨੂੰ ਮੇਨਟੇਨ ਕਰਨਾ ਵੀ ਬਹੁਤ ਜ਼ਰੂਰੀ ਹੈ ਕਿ ਇਹਦੀ ਸਾਫ਼ ਸਫਾਈ ਹੋਏ, ਰੱਖ ਰਖਾਵ ਹੋਏ, ਰੈਗੂਲਰ ਜੋ ਸੰਗਤ ਆਏਗੀ ਤਾਂ ਇਹ ਸਾਫ਼ ਵੀ ਰਹੇਗਾ। ਤਾਂ ਇਸ ਕਰਕੇ ਬਾਹਰ ਮੇਨ ਗੇਟ 'ਤੇ ਹੀ ਉੱਥੇ ਇੱਕ ਐਡਰੈਸ ਹੋਣਾ ਚਾਹੀਦਾ ਕਿ ਹਾਂ ਵੀ ਇੱਥੇ ਇੱਕ ਮੈਮੋਰੀਅਲ ਵੀ ਬਣਿਆ ਹੋਇਆ ਹੈ, ਤੇ ਉਹਨੂੰ ਦੇਖਣਾ ਚਾਹੀਦਾ ਕਿ ਕੀ ਹੈ। ਤਾਂ ਸੰਗਤਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ, ਇਸ ਕਰਕੇ ਉਹ ਆਉਂਦੀਆਂ ਨਹੀਂ, ਤਾਂ ਇਸ ਕਰਕੇ ਇਸ ਦੀ ਕੇਅਰ ਨਹੀਂ ਹੋ ਰਹੀ। ਮੈਂ ਦੇਖ ਰਿਹਾ ਸੀ ਤੁਸੀਂ ਆਏ ਤੇ ਤੁਹਾਨੂੰ ਪਹਿਲੇ ਤਰਲੇ ਮਾਰਨੇ ਪਏ, ਚਾਬੀ ਰੇਂਜ ਦੀ ਤਾਲਾ ਲੱਗਿਆ ਹੋਇਆ ਸੀ। ਬਿਲਕੁਲ ਕਦੀ ਨਹੀਂ ਲੱਗਿਆ, ਕਦੇ ਇਹ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਇੱਥੇ ਤਾਲਾ ਲੱਗਿਆ ਹੋਇਆ ਹੈ। ਘੱਟ ਤੋਂ ਘੱਟ ਦੀ ਅੱਧਾ ਪੌਣਾ ਘੰਟਾ ਉੱਥੇ ਵੇਟ ਕੀਤੀ। ਤਾਂ ਇਹੀ ਹੈ ਕਿ ਕਮੇਟੀ ਨੂੰ ਸਗੋਂ ਦੱਸਣਾ ਚਾਹੀਦਾ ਕਿ ਇਹ ਚੀਜ਼ ਇੱਥੇ ਹੈ, ਤੇ ਅਸੀਂ ਖੁਦ ਦੇਖਣ ਵਾਸਤੇ ਸਾਨੂੰ ਚਾਬੀ ਮੰਗਣੀ ਪੈ ਰਹੀ ਹੈ, ਇਹ ਵੀ ਗਲਤ ਹੈ। ਤਾਂ ਇਸ ਕਰਕੇ ਹੈ ਕਿ ਉੱਥੇ ਹਰ ਇੱਕ ਚੀਜ਼ ਦਾ ਨਾ ਫੈਸਿਲਿਟੀ ਪ੍ਰੋਪਰ ਹੋਏ, ਪ੍ਰੋਪਰ ਡਿਸਪਲੇ ਹੋਏ। ਹੁਣ ਜਿਹੜਾ ਇੱਥੇ ਬਣਾਇਆ ਇਹਨਾਂ ਨੇ ਵਾਲ 'ਤੇ, ਵਾਲ ਨੂੰ ਉਹਨੂੰ ਇੱਕ ਵਿਜ਼ੂਅਲ 'ਚ ਲੈ ਕੇ ਆਉਣ, ਵਿਜ਼ੂਅਲ ਦੇ ਅੰਦਰ ਕਿ ਲੋਕਾਂ ਨੂੰ ਪਤਾ ਚੱਲੇ। ਬਾਹਰ ਬੋਰਡ 'ਤੇ ਨਾ ਹਲਕਾ ਜਿਹਾ ਕੋਈ ਡਿਸਪਲੇ ਲੱਗਿਆ ਹੋਏ ਕਿ ਹਾਂ ਵੀ ਇਹ ਹੋਇਆ ਸੀ, ਅਤੇ ਇਹਦੇ ਵਾਸਤੇ ਆਪਾਂ ਇੱਕ ਮੈਮੋਰੀਅਲ ਬਣਾਇਆ। ਪੁਰਾਣੇ ਆਪਣਾ ਸਿੱਖ ਕਮਿਊਨਿਟੀ ਸੀ, ਉਹਦੇ ਨਾਲ ਕੀ ਵਾਪਰਿਆ, ਅਤੇ ਉਹਦੇ ਨਾਲ ਲੋਕ ਜਾਗਰੂਕ ਹੋਣਗੇ, ਅਤੇ ਅੱਗੇ ਜਾ ਕੇ ਉਹਨਾਂ ਨੂੰ ਸਿੱਖਿਆ ਮਿਲੇਗੀ, ਆਪਣੀ ਕਮਿਊਨਿਟੀ ਸਟਰੋਂਗ ਹੋਏਗੀ। ਤਾਂ ਵੱਧ ਤੋਂ ਵੱਧ ਮੈਂ ਚਾਹੁੰਦਾ ਕਿ ਆਪਣਾ ਸਿੱਖ ਇਕੱਠੇ ਹੋਣ, ਉਹਨਾਂ ਨੂੰ ਪਤਾ ਚੱਲੇ ਕਿ ਹਾਂ ਵੀ ਕੀ ਸਾਡੇ ਇਤਿਹਾਸ 'ਚ ਸਾਡੇ ਨਾਲ ਗੁਜ਼ਰਿਆ ਹੋਇਆ, ਅਤੇ ਕਿਸ ਤਰ੍ਹਾਂ ਆਪਾਂ ਜੰਗਾਂ ਜਿੱਤੀਆਂ, ਕਿਸ ਤਰ੍ਹਾਂ ਅੱਗੇ ਆਏ ਹਾਂ। ਅਤੇ ਹੁਣ ਜਦੋਂ ਆ ਕੇ ਮੈਂ ਦੇਖਿਆ ਤਾਂ ਇੱਥੇ ਦੇ ਹਾਲਾਤ ਬਹੁਤ ਮਾੜੇ ਹੈ। ਤਾਂ ਸਾਡੀ ਇਹੀ ਅਰਦਾਸ ਹੈ ਆਪਣਾ ਕਮੇਟੀ ਨਾਲ ਕਿ ਇਹਨਾਂ ਨੂੰ ਆਪਣਾ ਸਟ੍ਰੀਮਲਾਈਨ ਕਰੇ, ਇਹਦੀ ਐਡਵਰਟਾइजमेंट करे, तो लोगों को जागरूक करे ਇਹਦੇ ਵਾਸਤੇ। वैसे जो भी यहाँ पर है वो सब कुछ मुझे ऑलरेडी पता था, जो भी मैंने यहाँ पे आके देखा, मम्मा पापा ने सब कुछ बताया था। यहाँ के मेरे को कोई एडिशनल इन्फॉर्मेशन नहीं मिली, हालांकि जो कुछ भी था मुझे था कि यहाँ पे कुछ पिक्चराइजेशन में कुछ स्टोरी दिखाएं कि क्या क्या हुआ था, किस टाइम पे हुआ था, लोगों के साथ क्या क्या हुआ था, ये चीज़ की एक्सपेक्टेशन थी। मतलब कोई एक्स्ट्रा नॉलेज कोई ऐसा हाँ, कुछ ऐसा था नहीं। ਸੋ ਸੰਗਤ ਦਾ ਕਹਿਣਾ ਹੈ ਕਿ ਇੱਥੇ ਹੋਰ ਆਡੀਓ ਵਿਜ਼ੂਅਲ ਦਾ ਪ੍ਰਬੰਧ ਹੋਣਾ ਚਾਹੀਦਾ, ਜਿਹਦੇ ਨਾਲ ਅੱਜ ਕੱਲ੍ਹ ਡਿਜੀਟਲ ਦਾ ਜ਼ਮਾਨਾ ਹੈ, ਤਾਂ ਕਿ ਹੋਰ ਐਂਗੇਜਿੰਗ ਹੋਵੇ, ਲੋਕਾਂ ਨੂੰ ਇੱਥੇ ਦੇ ਪਤਾ ਚੱਲੇ ਉਸ ਸਮੇਂ ਕੀ ਹੋਇਆ ਸੀਗਾ। ਜਿਵੇਂ ਹੋਲੋਕਾਸਟ ਮੈਮੋਰੀਅਲ ਬਰਲਿਨ ਦੇ ਵਿੱਚ ਹੈਗਾ, ਉੱਥੇ ਪੂਰੇ ਬੁੱਤ ਬਣੇ ਹੋਏ ਨੇ, ਜਿਹਨੂੰ ਪੂਰੀ ਉਹ ਸਟੋਰੀ ਨਰੇਟ ਕਰ ਰਹੇ ਆ, ਦੱਸ ਰਹੇ ਆ, ਬੰਦੇ ਨੂੰ ਉਸੇ ਟਾਈਮ 'ਤੇ ਲੈ ਜਾਂਦੇ ਨੇ। ਅਤੇ ਉਹ ਇੱਕ ਚੀਜ਼ ਇੱਥੇ ਮਿਸਿੰਗ ਹੈਗੀ ਹੈ, ਸਿਰਫ ਇੱਕ ਮੇਰਲੀ ਇੱਕ ਇੱਥੇ ਇਨਫੋਰਮੇਸ਼ਨ ਹੈਗੀ ਹੈ, ਜੋ ਕਿ ਸੰਗਤਾਂ ਨੂੰ ਇੰਨਾ ਇੰਗੇਜਿੰਗ ਨਹੀਂ ਲੱਗਦਾ, ਇੰਨਾ ਉਹ ਨਹੀਂ ਲੱਗਦਾ ਕਿ ਇਹਦੇ 'ਤੇ ਉਹਨਾਂ ਨੂੰ ਬੈਕਗਰਾਊਂਡਰ ਪਤਾ ਚੱਲ ਸਕੇ। ਅਸੀਂ ਖੜੇ ਹਾਂ 1984 ਮੈਮੋਰੀਅਲ ਰਕਾਬਗੰਜ ਵਿੱਚ, ਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ
ਪ੍ਰਭਜੀਤ ਸਿੰਘ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਮੈਮੋਰੀਅਲ ਬਾਰੇ ਤੇ ਇਸ ਮੈਮੋਰੀਅਲ ਕਿੰਨਾ ਕੁ ਜਸਟਿਸ ਕਰ ਰਿਹਾ ਸਿੱਖ ਇਤਿਹਾਸ ਨਾਲ 1984 ਕਤਲੇਆਮ ਦੇ ਨਾਲ। ਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਲੁਜ ਟੀਵੀ 'ਚ। ਥੈਂਕ ਯੂ ਜੀ। ਵੀਰ ਜੀ ਤੁਸੀਂ ਇੱਥੇ ਕਈ ਵਾਰ ਪਹਿਲਾਂ ਵੀ ਆਏ ਹੋ ਤੇ ਤੁਸੀਂ ਇੱਥੇ ਦਾ ਤੁਸੀਂ ਵਾਕ ਥਰੂ ਕੀਤਾ, ਕਿਵੇਂ ਦੇਖਦੇ ਹੋ ਇਸ ਮੈਮੋਰੀਅਲ ਨੂੰ, ਕਿੰਨਾ ਕੁ ਹੈ ਇਤਿਹਾਸ ਨਾਲ ਜਸਟਿਸ ਕਰ ਰਿਹਾ? ਦੇਖੋ ਇਹ ਜਿਹੜਾ ਮੈਮੋਰੀਅਲ ਹੈ ਇਹ ਇੱਥੇ ਬਹੁਤ ਕੁਝ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ। ਇੱਥੇ ਸਭ ਤੋਂ ਇੱਕ ਇੰਪੋਰਟੈਂਟ ਗੱਲ ਇੱਥੇ ਹੋਈ ਹੈ ਔਰ ਇੱਕੋ ਇੱਕ ਇੰਪੋਰਟੈਂਟ ਗੱਲ ਉਹ ਇਹ ਹੋਈ ਹੈ ਕਿ ਕਤਲੇਆਮ ਜਿੰਨੀਆਂ ਕਿਲਿੰਗ ਹੋਈਆਂ ਸੀ, ਵੱਧ ਤੋਂ ਵੱਧ ਜਿੰਨੀਆਂ ਲਿਸਟਾਂ ਸੀ, ਉਹ ਸਾਰਿਆਂ ਦੇ ਇੱਥੇ ਵਿਦ ਦ ਨੇਮ ਆਫ ਦ ਪਲੇਸ, ਤਰਲੋਕਪੁਰੀ 'ਚ ਕਿੰਨੇ ਬੰਦੇ ਮਰੇ, ਮੰਗੋਲਪੁਰੀ ਕਿੰਨੇ, ਹੋਰ ਜਿਹੜਾ ਭਜਨਪੁਰਾ, ਹੋਰ ਇਲਾਕਿਆਂ 'ਚ ਕਿੰਨੇ ਜਿਹੜੇ ਸਿੱਖਾਂ ਦਾ ਕਤਲ ਹੋਇਆ ਉਹਨਾਂ ਦੇ ਨਾਮ ਇੱਥੇ ਲਿਖੇ ਹੋਏ ਨੇ। ਇਹ ਇੱਕ ਵੱਡੀ ਅਚੀਵਮੈਂਟ ਹੈ। ਇਸ ਤੋਂ ਇਲਾਵਾ ਮੈਨੂੰ ਕੋਈ ਹੋਰ ਅਚੀਵਮੈਂਟ ਨਹੀਂ ਲੱਗਦੀ। ਇਹ ਬੜਾ ਸਾਇਲੈਂਟ ਜਿਹਾ ਮੈਮੋਰੀਅਲ ਲੱਗਦਾ। ਆਫ ਕੋਰਸ ਇਟ ਅ ਸਾਇਲੈਂਸ ਸ਼ੁੱਡ ਪ੍ਰੀਵੇਲ ਇਨ ਅ ਮੈਮੋਰੀਅਲ, ਯੂ ਨੋ, ਬਟ ਵੀ ਸ਼ੁੱਡ ਨੋ, ਸਾਨੂੰ ਪਤਾ ਹੋਣਾ ਚਾਹੀਦਾ ਬਈ ਇੱਥੇ ਹੋਇਆ ਕੀ ਹੈ ਐਗਜ਼ੈਕਟਲੀ। ਅਸੀਂ ਜਦੋਂ ਬਰਲਿਨ ਦਾ ਹੋਲੋਕਾਸਟ ਮੈਮੋਰੀਅਲ ਦੇਖਦੇ ਹਾਂ ਜਿਊਜ਼ ਵਾਲਾ, ਉਹਦੇ ਵਿੱਚ ਅਸੀਂ ਦੇਖਦੇ ਹਾਂ ਤੇ ਉਹ ਬੜਾ ਇੱਕ ਐਵੇਂ ਲੱਗਦਾ ਕਿ ਬੰਦਾ ਉਸੇ ਟਾਈਮ ਵੱਲ ਚਲਾ ਗਿਆ। ਇੱਥੇ ਆ ਕੇ ਉਹ ਚੀਜ਼ ਨਹੀਂ ਦੇਖਣ ਨੂੰ ਮਿਲੀ। ਜਿਵੇਂ ਇੱਥੇ ਅਜੇ ਅਸੀਂ ਸੰਗਤ ਆ ਗਈ ਜਿਹੜੀ ਇੱਥੇ ਆਈ ਸੀ ਕਿ ਪਹਿਲਾਂ ਤਾਂ ਉਹਨਾਂ ਨੂੰ ਲੌਕ ਖੋਲਣ ਦੇ ਵਿੱਚ ਕਿੰਨੇ ਦੇਰ ਲੱਗੀ, ਤਾਲਾ ਲੱਗਿਆ ਹੋਇਆ ਸੀਗਾ। ਫਿਰ ਉਹਨਾਂ ਨੇ ਤਰਲੇ ਮਾਰ ਕੇ ਸੇਵਾਦਾਰ ਨੂੰ ਕਿਹਾ ਖੋਲੋ, ਤੇ ਖੋਲਣ ਤੋਂ ਬਾਅਦ ਇੱਥੇ ਆਏ ਤੇ ਇੱਥੇ ਉਹਨਾਂ ਨੂੰ ਜਿਵੇਂ ਜਿਹੜੇ ਬੱਚੇ ਸੀਗੇ ਉਹਨਾਂ ਕਹਿੰਦੇ ਸਾਨੂੰ ਇੰਨਾ ਤੇ ਪਤਾ ਸੀਗਾ ਜਿੰਨੀ ਇੱਥੇ ਇਨਫੋਰਮੇਸ਼ਨ ਹੈ। ਹੋਰ ਅਸੀਂ ਕਿਉਂਕਿ ਡਿਜੀਟਲ ਦਾ ਜ਼ਮਾਨਾ, ਬੱਚੇ ਪਾਲਦੇ ਆ ਕਿ ਆਡੀਓ ਵੀਡੀਓ ਕੁਝ ਐਦਾਂ ਦੀ ਟੈਕਨੋਲੋਜੀ ਹੋਵੇ। ਤੁਹਾਡਾ ਕੀ ਮੰਨਣਾ ਹੈ ਇਸ ਬਾਰੇ? ਨਹੀਂ, ਜਿਹੜੇ ਯੂਰਪ ਜਿਹੜੇ ਹੋਲੋਕਾਸਟ ਦੇ ਮਿਊਜ਼ੀਅਮ ਨੇ ਉਹ ਗਲੋਬਲ ਮੈਪ ਤੇ ਨੇ, ਗਲੋਬਲ ਟੂਰਿਸਟ ਮੈਪ ਤੇ ਨੇ। ਠੀਕ ਹੈ। ਤੇ ਤੁਸੀਂ ਕਿੱਥੇ ਤੁਲਨਾ ਕਰ ਰਹੇ ਹੋ? ਜਿਹੜਾ ਸਭ ਤੋਂ ਵੱਡਾ ਮੈਸੈਕਰ ਸਿੱਖਾਂ ਦਾ ਜਿਹੜਾ ਹੋਇਆ ਏ ਤੇ ਉਹ ਕਿੱਥੇ ਖੜਾ ਹੈ? ਉਹ ਕਿਤੇ ਵੀ ਨਹੀਂ ਖੜਾ। ਤੁਸੀਂ ਬਾਹਰ ਜਾਓ, ਤੁਸੀਂ ਇਹ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੰਪਲੈਕਸ ਇਹ ਬਣਿਆ ਹੋਇਆ ਹੈਗਾ, ਤੁਸੀਂ ਕਿਸੇ ਨੂੰ ਪਾਰਕਿੰਗ ਲੋਟ ਤੇ ਜਾ ਕੇ ਪੁੱਛ ਲਓ ਇੱਥੇ ਕੋਈ 84 ਦਾ ਮੈਮੋਰੀਅਲ ਹੀ ਬਣਿਆ ਹੋਇਆ। ਮੇਰੇ ਖਿਆਲ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਜ਼ਿਆਦਾਤਰ ਇੱਥੇ ਪਤਾ ਹੋਏਗਾ ਵੀ ਇਸ ਮੈਮੋਰੀਅਲ ਬਾਰੇ। ਐਂਡ ਇੱਥੇ ਹਮੇਸ਼ਾ ਤਾਲਾ ਲੱਗਿਆ ਰਹਿੰਦਾ, ਜਿਵੇਂ ਤੁਸੀਂ ਬਿਲਕੁਲ ਠੀਕ ਸਮਝਿਆ। ਤੇ when you are comparing the Holocaust Museum with this memorial, so there is hell a lot of difference. ਤੁਸੀਂ ਜਿਵੇਂ ਹਿਟਲਰ ਦਾ ਉੱਥੇ ਦ ਬੰਕਰ ਕਰਕੇ ਜਿਹੜਾ ਮਿਊਜ਼ੀਅਮ ਹੈ, ਉੱਥੇ ਜਿਹੜੇ ਉਹਨਾਂ ਦੇ ਪੁਰਾਣੇ ਤੋਹਫੇ ਜਿਹੜੀ ਉਹ ਸਾਰਾ ਉਹਨਾਂ ਨੇ ਟਰੂ ਹਿਸਟਰੀ ਲਿਖੀ ਹੈ, ਉਹਨਾਂ ਨੇ ਪੂਰੀ ਹਿਸਟਰੀ ਲਿਖੀ ਹੋਈ ਹੈ। ਉੱਥੇ ਡਾਕੂਮੈਂਟਸ ਲੱਗੇ ਹੋਏ ਨੇ, ਉੱਥੇ ਟੈਸਟੀਮਨੀਜ਼ ਲੱਗੀਆਂ ਹੋਈਆਂ ਨੇ, ਉੱਥੇ ਜਿਊਜ਼ ਦੀਆਂ ਟੈਸਟੀਮਨੀਜ਼ ਲੱਗੀਆਂ ਹੋਈਆਂ ਨੇ ਡਿਫਰੈਂਟ ਮਿਊਜ਼ੀਅਮ। ਉੱਥੇ ਕਿਸ ਤਰ੍ਹਾਂ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀ, ਉੱਥੇ ਸਾਰੇ ਲੈਬੋਰਟਰੀਜ਼ ਉਸੇ ਤਰ੍ਹਾਂ ਡਿਜ਼ਾਈਨ ਕਰਕੇ ਰੱਖੇ ਹੋਏ ਨੇ। ਇੱਥੇ ਇੱਕ ਵੀ ਡਾਕੂਮੈਂਟ ਨਹੀਂ ਹੈ ਜਿਹੜਾ ਇਹ ਦੱਸ ਸਕੇ ਕਿ ਮਤਲਬ ਦਿੱਲੀ ਪੁਲਿਸ ਨੂੰ ਕਿਵੇਂ ਖੁੱਲੀ ਛੁੱਟੀ ਦਿੱਤੀ ਹੋਈ ਸੀ, ਕਿ ਦਿੱਲੀ ਪੁਲਿਸ ਨੇ ਆਪ ਕਿਵੇਂ ਬੰਦੇ ਮਰਵਾਏ ਹੈਗੇ ਆ। ਇੱਥੇ ਇੱਕ ਵੀ ਡਾਕੂਮੈਂਟ ਨਹੀਂ ਹੈ। ਤੁਸੀਂ ਦੇਖੋ ਨਾਨਾਵਤੀ ਕਮਿਸ਼ਨ ਹੋਇਆ, ਉਸ ਤੋਂ ਪਹਿਲਾਂ ਕਿੰਨੇ ਕਮਿਸ਼ਨ ਬਣੇ ਆ, ਉਸ ਕਮਿਸ਼ਨ ਦਾ ਕਿਤੇ ਵੀ ਕੋਈ ਇੱਥੇ ਵੇਰਵਾ ਨਹੀਂ ਹੈ। ਦੇਰ ਇਜ਼ ਨਥਿੰਗ ਵਿਚ ਇਜ਼ ਟੋਲਡ ਹੇਅਰ when it comes to the legal struggle। ਜਦੋਂ ਸਿੱਖਾਂ ਦੀ ਜਿਹੜੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਸਿੱਖਾਂ ਦੀ ਜਿਹੜੀ ਜੁਡੀਸ਼ੀਅਲ ਜਿਹੜੀ ਲੀਗਲ ਸਟਰਗਲ ਸੀ ਸਾਰੀ ਦਿੱਲੀ ਹਾਈ ਕੋਰਟ ਵਿੱਚ, ਫਿਰ ਸੁਪਰੀਮ ਕੋਰਟ ਵਿੱਚ, ਜਿਹੜੇ ਤੁਹਾਡੇ ਟਾਲ ਲੀਡਰਸ ਸੀ ਜਿਹੜੇ ਸੱਜਣ ਕੁਮਾਰ, HKL ਭਗਤ, ਉਹਨਾਂ ਦੇ ਜਿਹੜੇ ਟਰਾਇਲਸ ਜਿਹੜੇ ਨੇ ਉਹ ਕਿਸ ਤਰ੍ਹਾਂ ਹੋਇਆ, ਉਹ ਕਿਸ ਤਰ੍ਹਾਂ ਜਿਹੜੀ ਸਟੇਟ ਹੈ, ਭਾਵੇਂ ਕਿ ਕਾਂਗਰਸ ਦੀ ਸਰਕਾਰ ਹੋਵੇ ਜਾਂ BJP ਦੀ ਸਰਕਾਰ ਹੋਵੇ, ਉਹ ਜਿਹੜੇ ਟਰਾਇਲਸ ਜਿਹੜੇ ਨੇ ਉਹਨਾਂ ਦੇ ਉਹ ਕਿਸ ਤਰ੍ਹਾਂ ਡੀਰੇਲ ਕੀਤੇ ਗਏ, ਐਵੀਡੈਂਸ ਨੂੰ ਕਿਸ ਤਰ੍ਹਾਂ ਡੀਰੇਲ ਕੀਤਾ ਗਿਆ। ਤੁਹਾਨੂੰ ਪਤਾ ਦਿੱਲੀ ਪੁਲਿਸ ਦੇ ਜਿਹੜੇ ਆਫੀਸਰ ਰੈਂਕ ਦੇ ਜਿਹੜੇ ਬੰਦੇ ਸਨ ਜਿਨ੍ਹਾਂ ਦਾ ਡਾਇਰੈਕਟ ਇਨਵੋਲਵਮੈਂਟ ਸੀ, ਉਹਨਾਂ ਨੂੰ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦਿੱਤੀ ਸਰਕਾਰ ਨੇ, ਨਾ BJP ਗਵਰਨਮੈਂਟ ਨੇ ਦਿੱਤੀ, ਨਾ ਕਾਂਗਰਸ ਗਵਰਨਮੈਂਟ ਨੇ ਦਿੱਤੀ। ਕੱਲੀ ਰਾਜੀਵ ਗਾਂਧੀ ਗਵਰਨਮੈਂਟ ਦੀ ਗੱਲ ਨਹੀਂ ਹੈਗੀ। ਇੱਥੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਵੀ ਤੁਸੀਂ ਦੇਖੋ ਕਿੰਨੇ ਆਫੀਸਰਸ ਨੂੰ ਸੈਂਕਸ਼ਨ ਦਿੱਤੀ ਹੈਗੀ ਹੈ ਪ੍ਰੋਸੀਕਿਊਟ ਕਰਨ ਦੀ। ਤੁਸੀਂ ਹਰਿੰਦਰ ਸਿੰਘ ਫੂਲਕਾ ਜਿਹੜੇ ਸੀਨੀਅਰ ਐਡਵੋਕੇਟ ਨੇ, ਉਹਨਾਂ ਦੀ ਲਿਖੀ ਹੋਈ ਕਿਤਾਬ ਪੜ੍ਹੋ 84 ਦੇ ਟਰਾਇਲਸ ਬਾਰੇ। 84 ਚ ਉਹਨਾਂ ਨੇ ਕਿਸ ਤਰ੍ਹਾਂ ਇਹ ਸਾਰੀ ਸਟਰਗਲ ਵਕੀਲਾਂ ਨੇ ਮਿਲ ਕੇ ਕਿਵੇਂ ਸ਼ੁਰੂ ਕੀਤੀ, ਉਹ ਇੱਥੇ ਕੁਝ ਵੀ ਨਹੀਂ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਦੱਸਿਆ ਹੋਇਆ ਹੈਗਾ। ਤੁਸੀਂ ਤਰਲੋਕਪੁਰੀ ਟੈਸਟੀਮਨੀਜ਼ ਪੜ੍ਹੋ, ਉਹ ਲੇਡੀਜ਼ ਦੀਆਂ ਜਿਹੜੀਆਂ ਟੈਸਟੀਮਨੀਜ਼ ਦੇ ਤੁਸੀਂ ਦੇਖੋ ਕਿ ਇੱਕ ਪਾਸੇ ਉਹਨਾਂ ਦੇ ਹਸਬੈਂਡ ਨੂੰ ਸਾੜਿਆ ਜਾ ਰਿਹਾ ਹੈਗਾ, ਦੂਸਰੇ ਪਾਸੇ ਉਹ ਕਿਸ ਤਰ੍ਹਾਂ ਸੈਕਸ਼ੂਅਲੀ ਮੋਲੈਸਟ ਹੋ ਕੇ ਇੱਕ ਪਾਸੇ ਹੈਲਪਲੈਸਲੀ ਖੜੇ ਨੇ ਤੇ ਇੱਕ ਪਾਸੇ ਬੱਚੇ ਨੂੰ ਬਚਾ ਰਹੇ ਨੇ, ਇੱਕ ਪਾਸੇ ਉਹਦੇ ਬੱਚੇ ਨੂੰ ਮਾਰ ਰਹੇ ਨੇ। ਤੇ ਯੂ ਸੀ ਦਿਸ ਵਾਸ ਦ ਕੰਡੀਸ਼ਨ। ਮਤਲਬ ਇਹ ਤਰਲੋਕਪੁਰੀ ਦਾ ਜਿਹੜਾ ਮੈਸੈਕਰ ਸੀ 84 1 ਨਵੰਬਰ 2 ਨਵੰਬਰ 3 ਨਵੰਬਰ ਦੀ, we can draw a parallel with Jallianwala Bagh at that time, ਇੱਥੇ ਮੈਂ ਦੇਖ ਰਿਹਾ ਸੋਲਜਰਸ, ਲੈਫਟੀਨੈਂਟ ਕਰਨਲ ਲੈਵਲ ਦੇ ਜਿਹੜੇ ਕਮਿਸ਼ਨ ਆਫੀਸਰਸ, ਉਸ ਲੈਵਲ ਦੇ ਲੋਕੀ ਵੀ ਜਿਹੜੇ ਉਸ ਸਮੇਂ ਸ਼ਹੀਦ ਹੋਏ ਸੀ, ਉਹਨਾਂ ਨੂੰ ਕਤਲ ਕੀਤਾ ਗਿਆ ਸੀਗਾ। ਮਤਲਬ ਫੌਜੀਆਂ ਨੂੰ ਵੀ ਨਹੀਂ ਛੱਡਿਆ ਸੀ ਤੇ ਉਹਨਾਂ ਦਾ ਨਾਂ ਜ਼ਿਕਰ ਹੈ।
ਪਰ ਤੁਹਾਨੂੰ ਨਹੀਂ ਲੱਗਦਾ ਉੱਥੇ ਹੋਰ ਡਿਟੇਲ ਇਨਫੋਰਮੇਸ਼ਨ, ਉਹਨਾਂ ਦੀਆਂ ਫੋਟੋਆਂ, ਹੋਰ ਚੀਜ਼ਾਂ ਪਾਈਆਂ ਜਾ ਸਕਦੀਆਂ ਸੀ? ਬਿਲਕੁਲ ਬਿਲਕੁਲ, ਕੱਲੀ ਇਸ ਤੋਂ ਬੈਟਰ ਮੈਨੂੰ ਲੱਗਿਆ, ਇੱਕ ਤੁਸੀਂ ਦੇਖਿਆ ਹੋਗਾ ਤਿਲਕ ਵਿਹਾਰ ਦਾ ਜਿਹੜਾ ਗੁਰਦੁਆਰਾ ਹੈ, ਹਾਂਜੀ ਹਾਂਜੀ, ਉੱਥੇ ਕੰਧਾਂ ਤੇ ਉਹਨਾਂ ਦੀ ਫੋਟੋਆਂ ਲਾਈਆਂ ਹੋਈਆਂ, ਨਾਲ ਨਾਮ ਲਾਏ ਨੇ ਵਿਦਿਨ ਦਾ ਗਿਵਨ ਰਿਸੋਰਸਿਸ, ਜਿੰਨੇ ਮਾੜੇ ਮੋਟੇ ਰਿਸੋਰਸਿਸ ਉਹਨਾਂ ਕੋਲ ਹੈਗੇ ਸੀ, ਉਹਨਾਂ 'ਚ ਹੀ ਉਹਨਾਂ ਨੇ ਉਹ ਇੱਕ ਕਮਰੇ 'ਚ ਇੱਕ ਬਹੁਤ ਹੀ ਟੱਚੀ ਮਿਊਜ਼ੀਅਮ ਜਿਹੜਾ ਬਣਾਇਆ ਹੈਗਾ। ਇੱਕ ਵਿੰਗ ਕਮਾਂਡਰ, ਜਿਹੜੇ 에ਅਰ ਕਮਾਂਡਰ, ਵਿੰਗ ਕਮਾਂਡਰ ਮੇਰੇ ਖਿਆਲ, ਆਈ ਥਿੰਕ ਹੀ ਵਾਸ ਅ ਸੀਨੀਅਰ 에ਅਰ ਫੋਰਸ ਆਫੀਸਰ, ਵਿੰਗ ਕਮਾਂਡਰ ਜਿਹੜੇ ਪਟੇਲ ਨਗਰ ਦੇ, ਹਾਂਜੀ, ਉਹਨਾਂ ਦਾ ਐਪੀਸੋਡ ਹੈਗਾ। ਉਹ ਹੀ ਵਾਸ ਅ ਸਰਵਾਈਵਰ ਸੀ ਇੱਥੇ, ਜਿਹੜੇ ਸਰਵਾਈਵਰ ਸੀ ਜਿਨ੍ਹਾਂ ਨੇ ਸਰਵਾਈਵ ਕੀਤਾ, ਉਹਨਾਂ ਦੀ ਟੈਸਟੀਮਨੀਜ਼ ਲਗਾਓ ਤੁਸੀਂ ਉੱਥੇ। ਇਸ ਰਿਲੈਕਟੈਂਸ ਦੀ ਵਜ੍ਹਾ ਕਿ ਦਿੱਲੀ ਕਮੇਟੀ ਦਾ ਤੇ ਇੱਥੇ ਗੁਰਦੁਆਰਾ ਹੈਗਾ, ਗੁਰਦੁਆਰਾ ਸਿੱਖਾਂ ਦਾ ਗੁਰਦੁਆਰਾ, ਦਿੱਲੀ ਕਮੇਟੀ ਇੱਥੇ ਦੀ ਪ੍ਰਬੰਧਕ ਹੈਗੀ ਹੈ DSGMC, ਤੁਹਾਨੂੰ ਕੀ ਲੱਗਦਾ ਰਿਲੈਕਟੈਂਸ ਦੀ ਕੀ ਵਜ੍ਹਾ ਹੋ ਸਕਦੀ ਹੈ? ਆਈ ਥਿੰਕ ਇਟਸ ਅ ਪੋਲੀਟੀਕਲ ਡਿਸੀਜਨ ਵੀ ਤੁਸੀਂ ਕਿੰਨਾ ਦਿਖਾਣਾ ਲੋਕਾਂ ਨੂੰ, ਮੈਨੂੰ ਇਹ ਲੱਗ ਰਿਹਾ। ਭਾਵੇਂ ਕਿਸੇ ਦੀ ਵੀ ਗੁਰਦੁਆਰਾ ਕਮੇਟੀ ਹੋਵੇ, ਭਾਵੇਂ ਉਹ ਕਾਂਗਰਸ ਬੈਕ ਗੁਰਦੁਆਰਾ ਕਮੇਟੀ ਹੋਵੇ, ਭਾਵੇਂ ਜਿਵੇਂ ਹੁਣ BJP ਬੈਕ ਗੁਰਦੁਆਰਾ ਕਮੇਟੀ ਚੱਲ ਰਹੀ ਹੈਗੀ ਹੈ, ਤੁਸੀਂ ਦੇਖ ਰਹੇ ਹੋ ਮਨਜਿੰਦਰ ਸਿੰਘ ਸਿਰਸਾ ਜਿਹੜੇ ਇੱਥੇ ਦੇ ਪ੍ਰਧਾਨ ਸੀ ਗੁਰਦੁਆਰਾ ਕਮੇਟੀ ਦੇ, ਹਾਂਜੀ, ਤੇ ਹੁਣ ਉਹਨਾਂ ਨੇ BJP ਜੁਆਇਨ ਕਰ ਦਿੱਤੀ ਹੈਗੀ ਹੈ, ਲੇਕਿਨ ਚਲਾ ਸਾਰੇ ਹੋ ਹੀ ਰਹੇ ਨੇ ਇੱਥੇ, ਜਿਹੜੇ ਉਹਨਾਂ ਨੇ ਜਿਹੜਾ ਇੱਕ ਕੋਰੋਨੇਟ ਕਰ ਦਿੱਤਾ ਹੈਗਾ ਨਵਾਂ ਪ੍ਰਧਾਨ, ਲੇਕਿਨ ਚੱਲ ਉਹ ਸਿਰਸਾ ਸਾਹਿਬ ਦੇ ਨਾਂ ਤੇ ਸਾਰਾ ਰਿਹਾ ਹੈ। ਤੁਸੀਂ ਬਿਹਤਰ ਇਹ ਸਵਾਲ ਸਿਰਸਾ ਸਾਹਿਬ ਨੂੰ ਕਰੋ, ਸਰਨਾ ਸਾਹਿਬ ਨੂੰ ਕਰੋ, ਮਨਜੀਤ ਸਿੰਘ GK ਨੂੰ ਕਰੋ, ਜਿਹੜੇ ਇੱਥੇ ਵੱਖਰੇ ਵੱਖਰੇ ਸਮੇਂ 'ਚ ਇੱਥੇ ਦੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਨੇ, है ना। तो it's a political question, you must ask them कि why there is a reluctance, ਲੋਕਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਇੱਥੇ ਕੋਈ ਮੈਮੋਰੀਅਲ ਹੈ, ਇਹ ਮੈਮੋਰੀਅਲ ਅੱਧਾ ਅਧੂਰਾ ਕਿਉਂ ਹੈ? ਤੁਸੀਂ ਇੱਥੇ ਦੇਖੋ, ਇਹ ਇਕੁਐਲਿਟੀ ਲਿਖਿਆ ਹੈਗਾ ਇੱਥੇ, ਹਾਂਜੀ, what do they want to show, ਤਰਾਜੂ ਲਿਖਿਆ, ਇਕੁਐਲਿਟੀ ਲਿਖਿਆ, ਇਹ ਇੱਥੇ ਦੇਖੋ ਤੁਸੀਂ, ਇਹ ਟੋਲਰੈਂਸ ਲਿਖਿਆ, what kind of tolerance, ਮਤਲਬ what do they want to show, ਮੈਨੂੰ ਕੁਝ ਸਮਝ ਨਹੀਂ ਆ ਰਹੀ। ਤੁਸੀਂ ਇੱਕ ਮੈਸੈਕਰ ਤੇ ਮਿਊਜ਼ੀਅਮ ਬਣਾ ਰਹੇ ਹੋ, ਤੇ ਤੁਸੀਂ ਹਿਊਮੈਨਿਟੀ, ਟੋਲਰੈਂਸ, ਇਕੁਐਲਿਟੀ ਦੇ ਜਿਹੜੇ ਤੁਹਾਡੇ ਫਰੇਜ਼ ਨੇ, ਇਹ ਤੁਸੀਂ ਯੂਜ਼ ਕਰ ਰਹੇ ਹੋ ਇੱਥੇ, ਜਾਂ ਤਾਂ ਇਹਨੂੰ ਐਕਸਪਲੇਨ ਕਰੋ, ਹੂ ਵਾਸ ਟੋਲਰੇਟਿੰਗ, ਇਹ ਕਿਹਦੀ ਟੋਲਰੇਸ਼ਨ ਸੀ, ਇਕੁਐਲਿਟੀ ਕਿੱਥੇ ਸੀ, ਕੀ ਕਹਿਣਾ ਕੀ ਚਾਹੁੰਦੇ ਮਿਊਜ਼ੀਅਮ ਦੇ ਥਰੂ? ਫਿਰ ਉੱਥੇ ਲਿਖਿਆ ਕਿ ਜਸਟਿਸ ਡਿਲੀਵਰਡ, ਇੱਕ ਦੋ ਕੇਸਿਸ ਜਿਹੜੇ ਹੋਏ ਨੇ ਕਿ ਇਜ਼ ਦ ਜਸਟਿਸ ਡਿਲੀਵਰਡ। ਤੁਸੀਂ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਹੈ, ਉੱਥੇ ਫੱਟੀ ਲੱਗੀ ਹੋਈ ਹੈ ਕਿ ਜਸਟਿਸ ਡਿਲੀਵਰਡ। ਜਸਟਿਸ ਤੇ ਕਦੀ ਹੋ ਹੀ ਨਹੀਂ ਸਕਦਾ। 10,000 ਤੋਂ ਵੱਧ ਪੂਰੇ ਹਿੰਦੁਸਤਾਨ 'ਚ ਸਿੱਖ ਮਾਰਿਆ ਗਿਆ, ਤੇ ਉਸ ਨੂੰ ਇਹ ਕਹਿਣਾ ਕਿ ਜਸਟਿਸ ਤੇ ਕਦੀ ਹੋ ਹੀ ਨਹੀਂ ਸਕਦਾ। 10,000 ਬੰਦੇ ਨੂੰ ਮਾਰਨ ਵਿੱਚ ਜੇ ਇੱਕ ਬੰਦਾ ਵੀ ਦੋ ਬੰਦਿਆਂ ਨੂੰ ਮਾਰਦੇ ਤੇ 20,000 ਬੰਦਾ ਹੁੰਦਾ, ਤੇ ਕਿੰਨੇ ਕੁ ਬੰਦੇ। ਇਹਦੇ ਜਸਨੀਤ ਇਹ ਕਵਾਂਗਾ, ਜੇ ਇਹ ਮਿਊਜ਼ੀਅਮ ਸਾਰਾ ਕੁਝ ਦਿਖਾਈਏ ਅਸੀਂ, ਜੇ ਟੈਸਟੀਮਨੀਜ਼ ਵੀ ਦਿਖਾਈਏ, ਹੋਰ ਇਹਨੂੰ ਪੂਰਾ ਤਰੀਕੇ ਨਾਲ ਸਾਰੀ ਹਿਸਟਰੀ ਇੱਥੇ ਦਰਸਾਈਏ, ਤਾਂ ਦੇਰ ਆਰ ਮੈਨੀ ਲੈਸਨਸ ਟੂ ਲਰਨ, ਯੂ ਨੋ, ਇਹ ਬਹੁਤ ਸਬਕ ਸਿੱਖਣ ਨੂੰ ਮਿਲਦਾ। ਮਿਊਜ਼ੀਅਮ ਇਜ਼ ਨਾਟ ਅ ਜੋਕ। ਸੋ ਵੱਡਾ ਸਵਾਲ ਹੈ ਕਿ ਸਾਡੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਡਰ ਨੇ, ਜਾਂ ਜਿਹੜੇ ਸਿੱਖ ਲੀਡਰ ਨੇ, ਉਹਨਾਂ ਦੀ ਕਿਉਂ ਰਿਲੈਕਟੈਂਸ ਹੈਗੀ, ਉਹ ਓਨਾ ਹੀ ਕਿਉਂ ਦਿਖਾਣਾ ਚਾਹੁੰਦੇ ਨੇ ਜਿੰਨਾ ਉਹਨਾਂ ਨੂੰ ਪੋਲੀਟੀਕਲੀ ਸੂਟ ਕਰਦਾ। ਸੋ ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਪ੍ਰਭਜੀਤ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਇਸ ਮੈਮੋਰੀਅਲ ਬਾਰੇ। ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਿਆ, ਕਮੈਂਟਸ ਤੇ ਮਿਲ ਰਹੀ ਜ਼ਰੂਰ ਦੱਸਿਓ। ਅੱਜ ਦੇ ਲਈ ਬਸ ਇੰਨਾ ਹੀ। ਦੇਖਦੇ ਰਹੋ ਸਤਲੁਜ TV। ਸਤਿ ਸ਼੍ਰੀ ਅਕਾਲ।